अस्सलामुअलैकुम। गल आ भी जिहड़ा एक पुत्त हुंदा ना वो प्यो हुंदा वा। साडे हमसायां दा मुंडा ना 2-3 साल बाद सऊदी अरब चों वापस आया। वो माँ प्यो का इक्को ही पुत्त आ। ते मैं ना मिलन चला गया कोई 8 दिन पहले। मैं कहा सऊदी अरबों आया जाके मिल आवां। ਜਦੋਂ मैं उन्होंने घर गया ना तो ਉਹਦਾ ਜਿਹੜਾ ਮੁੰਡੇ ਦਾ ਪਿਓ ਵਾ ਉਹ ਕੋਈ ਬਾਬਾ ਹੋਣਾ 80 ਕੁ ਸਾਲ ਦਾ। ਉਹ ਬਾਬਾ ਬੈਠਾ ਸੀ, ਮੁੰਡਾ ਬੈਠਾ ਸੀ ਤੇ ਮੈਂ ਬੈਠੇ ਸੀ। ਬਾਬਾ ਜਦੋਂ ਵੀ ਕੋਈ ਗੱਲ ਕਰਨ ਲੱਗੇ ਨਾ ਤੇ ਮੁੰਡਾ ਉਹਨੂੰ ਉੱਡ ਕੇ ਪੈ ਜਾਵੇ, ਐਦਾਂ ਪਵੇ ਜਿੱਦਾਂ ਖਾ ਜਾਣਾ ਹੋਵੇ ਬਾਬੇ ਨੂੰ। ਮੈਂ ਦੇਖਦਾ ਰਿਹਾ, ਬੈਠਾ ਰਿਹਾ ਚੁੱਪ ਕਰਕੇ। ਮੁੰਡੇ ਦਾ ਰਵੱਈਆ ਆਪਣੇ ਬਾਪ ਨਾਲ ਬਹੁਤ ਹੀ ਮਾੜਾ ਸੀ। ਉਹ ਗੱਲ ਇੱਦਾਂ ਨਾ ਵੀ ਜਦੋਂ ਮਾਂ ਪਿਓ ਸੋਚਣ ਲੱਗ ਜਾਵੇ ਵੀ ਅਸੀਂ ਅਗਰ ਆਹ ਗੱਲ ਕਰੀਏ ਤੇ ਸਾਡੀ ਔਲਾਦ ਨਾਰਾਜ਼ ਨਾ ਹੋ ਜਾਵੇ ਤੇ ਇਹਦਾ ਮਤਲਬ ਹੁੰਦਾ ਵੀ ਜਿਹੜੀ ਔਲਾਦ ਆ ਨਾ ਉਹ ਨਾਫਰਮਾਨ ਆ। ਤੇ ਮੁੰਡਾ ਨਾਫਰਮਾਨ ਸੀ ਬਾਬੇ ਦਾ। ਇੱਕੋ ਹੀ ਮੁੰਡਾ ਸੀ। ਬਾਬੇ ਨੇ ਉਸ ਮੁੰਡੇ ਦੀ ਖਾਤਰ ਪਿੰਡ ਵਿੱਚੋਂ ਘਰ ਵੇਚਿਆ, ਜ਼ਮੀਨ ਵੇਚੀ, ਯਾਰ ਦੋਸਤ ਛੱਡੇ, ਆਪਣੀ ਜਿਹੜੀ ਬੈਠਕ ਛੱਡੀ, ਸ਼ਹਿਰ ਆ ਗਿਆ ਮੁੰਡੇ ਦੀ ਖਾਤਰ। ਤੇ ਮੁੰਡਾ ਜਿਹੜਾ ਇੱਥੇ ਬਾਬੇ ਨੂੰ ਛੱਡ ਕੇ ਸਊਦੀ ਅਰਬ ਟੁਰ ਗਿਆ ਕੰਮ ਕਰਨ। ਹੁਣ ਵਾਪਸ ਆਇਆ ਤਾਂ ਮੁੰਡੇ ਦੇ ਹਾਲਾਤ ਆ ਵਾ ਕਿ ਬਾਬੇ ਨੂੰ ਗੱਲ ਤੇ ਪੈਂਦਾ, ਜਿੱਦਾਂ ਵੱਢਣਾ ਹੋਵੇ, ਜਿੱਦਾਂ ਖਾ ਜਾਣਾ ਹੋਵੇ। ਮੈਂ ਗੱਲਾਂ ਸੁਣਦਾ ਰਿਹਾ ਮੁੰਡੇ ਦੀਆਂ। ਉਹ ਬਾਬਾ ਜਿਹੜਾ ਵਾ ਉਹਨੂੰ ਮੈਂ ਤਾਇਆ ਸਾਦਾ। ਮੈਂ ਜਦੋਂ ਤਾਇਆ ਕੋਈ ਗੱਲ ਕਰੇ ਮੇਰੇ ਨਾਲ ਕਰਨ ਲੱਗੇ ਤਾਂ ਮੁੰਡਾ ਉੱਡ ਕੇ ਪੈ ਜਾਵੇ, ਚੁੱਪ ਕਰ ਅੱਬਾ ਤੈਨੂੰ ਨਹੀਂ ਪਤਾ, ਚੁੱਪ ਕਰ ਅੱਬਾ ਤੈਨੂੰ ਨਹੀਂ ਪਤਾ, ਅੱਬਾ ਤੈਨੂੰ ਕੀ ਪਤਾ। ਮੈਂ ਸੁਣਦਾ ਰਿਹਾ, ਬਰਦਾਸ਼ਤ ਕਰਦਾ ਰਿਹਾ। ਜਦੋਂ ਮੈਂ ਤੁਰਨ ਲੱਗਾ ਨਾ ਬਾਹਰ ਨੂੰ ਤੇ ਮੁੰਡਾ ਵੀ ਮੇਰੇ ਨਾਲ ਉੱਠ ਕੇ ਬਾਹਰ ਨੂੰ ਤੁਰ ਪਿਆ। ਜਦੋਂ ਅਸੀਂ ਗੇਟ ਤੋਂ ਬਾਹਰ ਆ ਗਏ ਨਾ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਗੱਲ ਸੁਣ ਮੇਰੀ ਇੱਕ। ਮੈਂ ਕਿਹਾ ਜਿਹੜਾ ਤੂੰ ਰਵੱਈਆ ਤਾਏ ਨਾਲ ਰੱਖਿਆ ਵਾ ਨਾ ਚੰਗਾ ਨਹੀਂ ਹੈਗਾ, ਇਹ ਤੂੰ ਬਹੁਤ ਗਲਤ ਕਰ ਰਿਹਾ। ਮੈਂ ਕਿਹਾ ਜਿਹੜਾ ਬਾਪ ਹੁੰਦਾ ਨਾ ਬਾਪ ਹੀ ਹੁੰਦਾ। ਮੈਨੂੰ ਮੁੰਡਾ ਕਹਿਣ ਲੱਗਾ ਮੇਰਾ ਅੱਬਾ ਜਿਹੜਾ ਨਾ ਤੈਨੂੰ ਨਹੀਂ ਪਤਾ ਮੇਰੇ ਅੱਬੇ ਦੇ ਰਵੱਈਏ ਦਾ। ਮੇਰਾ ਅੱਬਾ ਮੇਰੇ ਸਾਲਿਆਂ ਨੂੰ ਚੰਗਾ ਨਹੀਂ ਸਮਝਦਾ, ਮੇਰੀਆਂ ਸਾਲੀਆਂ ਨੂੰ ਚੰਗਾ ਨਹੀਂ ਸਮਝਦਾ। ਤੇ ਜਦੋਂ ਮੇਰਾ ਕੋਈ ਸਾਲੇ ਜਾਂ ਸਾਲੀਆਂ 'ਚੋਂ ਆ ਜਾਂਦਾ ਉੱਠ ਕੇ ਬਾਹਰ ਚਲਾ ਜਾਂਦਾ ਵਾ। ਤੇ ਇਹ ਕੋਈ ਚੰਗੀ ਗੱਲ ਆ? ਮੈਂ ਕਿਹਾ ਯਾਰ ਸਾਲੇ ਵੀ ਲੱਭ ਜਾਂਦੇ ਆ, ਸਾਲੀਆਂ ਵੀ ਲੱਭ ਜਾਂਦੀਆਂ। ਬੰਦਾ ਮਰ ਜਾਵੇ ਜਨਾਨੀ ਦੂਜਾ ਖਸਮ ਕਰ ਲੈਂਦੀ ਆ, ਜਨਾਨੀ ਮਰ ਜਾਵੇ ਬੰਦਾ ਦੂਜਾ ਵਿਆਹ ਕਰ ਲੈਂਦਾ। ਮੈਂ ਕਿਹਾ ਜਨਾਨੀ ਵੀ ਲੱਭ ਜਾਂਦੀ ਆ, ਬੰਦੇ ਵੀ ਲੱਭ ਜਾਂਦੇ ਆ, ਸਾਲੇ ਵੀ ਲੱਭ ਜਾਂਦੇ, ਸਾਲੀਆਂ ਵੀ ਲੱਭ ਜਾਂਦੀਆਂ, ਬਾਪ ਦੁਬਾਰਾ ਨਹੀਂ ਲੱਭਦਾ। ਇਹ ਮੈਂ ਕਿਹਾ ਬਾਪ ਤੇਰਾ ਹੁਣ 80 ਸਾਲ ਤੋਂ ਉੱਤੇ ਦਾ ਹੋਇਆ ਵਾ। ਹੋ ਸਕਦਾ ਤੂੰ ਜਦੋਂ ਅਗਲੀ ਵਾਰੀ ਆਵੇਂ ਸਊਦੀ ਅਰਬ 'ਚੋਂ ਕਮਾਈ ਕਰਕੇ ਤਾਂ ਬਾਪ ਨਾ ਹੋਵੇ ਪਿੱਛੇ। ਮੈਂ ਕਿਹਾ ਬਾਪ ਹਮੇਸ਼ਾ ਸੱਚਾ ਹੁੰਦਾ। ਇਹ ਹੁਣ ਤੂੰ 30 ਸਾਲ ਦਾ, ਮੈਂ ਕਿਹਾ ਜਦੋਂ ਤੂੰ 40 ਸਾਲ ਦਾ ਹੋਏਗਾ ਨਾ ਤੈਨੂੰ ਪਤਾ ਲੱਗ ਜਾਣਾ ਕਿ ਪਿਓ ਮੇਰਾ ਸੱਚਾ ਸੀ, ਬਾਪ ਮੇਰਾ ਸੱਚਾ ਸੀ। ਬਾਪ ਹਮੇਸ਼ਾ ਸੱਚਾ ਹੁੰਦਾ। ਮੈਂ ਕਿਹਾ ਬਾਪ ਜੋ ਮਰਜ਼ੀ ਗੱਲ ਕਰੇ ਕਦੀ ਨਹੀਂ ਟੋਕਣਾ ਚਾਹੀਦਾ। 2-4 ਬੰਦਿਆਂ 'ਚ ਬੈਠ ਕੇ ਬਾਪ ਗੱਲ ਕਰੇ ਤਾਂ ਆਹ ਨਹੀਂ ਕਹਿਣਾ ਚਾਹੀਦਾ ਅੱਬਾ ਇੱਦਾਂ ਨਹੀਂ ਇੱਦਾਂ, ਅੱਬਾ ਇੱਦਾਂ ਨਹੀਂ ਇੱਦਾਂ। ਮੈਂ ਕਿਹਾ ਤੈਨੂੰ ਅਗਰ ਹੁਣ ਅਹਿਸਾਸ ਨਹੀਂ ਨਾ ਹੋਇਆ ਤੇ ਹੋ ਜਾਊਗਾ, ਲਿਹਾਜ਼ਾ ਮਿਹਰਬਾਨੀ ਕਰ ਤਾਏ ਦੇ ਸਾਹਮਣੇ ਬੋਲਿਆ ਨਾ ਕਰ। ਮੈਂ ਕਿਹਾ ਬਜ਼ੁਰਗਾਂ ਦੇ ਸਾਹਮਣੇ ਬੋਲੀ ਦਾ ਨਹੀਂ ਹੁੰਦਾ। ਜਿਹੜਾ ਵਡੇਰਾ ਹੁੰਦਾ, ਜਿਹੜਾ ਬਾਪ ਹੁੰਦਾ ਉਹ ਹਮੇਸ਼ਾ ਸੱਚਾ ਹੁੰਦਾ। ਉਹਨੂੰ ਦੁਨੀਆ ਦੇਖੀ ਹੁੰਦੀ ਆ, ਉਹਨੂੰ ਬੰਦਿਆਂ ਦਾ ਹਰ ਚੀਜ਼ ਦਾ ਪਤਾ ਹੁੰਦਾ, ਹਰ ਬੰਦੇ ਦੇ ਰਵੱਈਏ ਦਾ ਪਤਾ ਹੁੰਦਾ। ਆਖਰ ਗੱਲ ਉਹਦੀ ਸਮਝ ਆ ਗਈ ਥੋੜ੍ਹੀ ਜਿਹੀ। ਉਹ ਮੈਨੂੰ ਕਹਿਣ ਲੱਗਾ ਭਾ ਹੁਣ ਇਨਸ਼ਾ ਅੱਲਾਹ ਤਾਲਾ ਜਿਹੜਾ ਨਾ ਮੈਂ ਆਪਣੇ ਰਵੱਈਏ ਨੂੰ ਸਹੀ ਕਰਾਂਗਾ। ਉਹ ਇੱਕ ਨਸ਼ਈ ਸੀ ਨਾ, ਨਸ਼ਈ। ਉਹ ਘਰ ਬੈਠਾ ਆਪਣੇ ਅੱਬੇ ਦੇ ਸਾਹਮਣੇ ਸੀਟਾਂ ਫੂਕ ਰਿਹਾ ਸੀ। ਅਤੇ ਨਸ਼ਈ ਦੇ ਜਿਹੜੇ ਨਿਆਣੇ ਸੀ ਨਾ ਉਹ ਵੁਜ਼ੂ ਕਰਕੇ ਤੇ ਮਸਜਿਦ ਜਾਣ ਦੀ ਤਿਆਰੀ ਕਰ ਰਹੇ ਸੀ ਜੁਮਾ ਪੜ੍ਹਨ। ਜਿਹੜਾ ਨਸ਼ਈ ਦਾ ਪਿਓ ਸੀਗਾ ਉਹ ਕਹਿਣ ਲੱਗਾ ਓਏ ਬੇਸ਼ਰਮਾ, ਉਹ ਬੇਗੈਰਤਾ, ਕੁਛ ਸ਼ਰਮ ਕਰ ਲੈ। ਦੇਖ ਤੂੰ ਨਸ਼ਾ ਕਰਨ ਲੱਗਾ, ਸਿਗਰਟ ਫੂਕਣ ਲੱਗਾ ਵਾ ਅਤੇ ਤੇਰੇ ਜਿਹੜੇ ਨਿਆਣੇ ਆ ਮਸਜਿਦ ਨੂੰ ਚੱਲੇ ਆ, ਮਸਜਿਦ ਜਾਂਦੇ ਪਏ ਆ। ਨਸ਼ਈ ਹੱਸ ਪਿਆ। ਨਸ਼ਈ ਨੇ ਕਿਉਂ ਪਤਾ ਕੀ ਕਿਹਾ? ਉਹ ਕਹਿੰਦਾ ਅੱਬਾ ਵੇਖ ਫਿਰ ਆਪਣੀ ਤਰਬੀਅਤ ਦਾ ਅਤੇ ਮੇਰੀ ਤਰਬੀਅਤ ਦਾ ਫਰਕ।